ਸਾਹਿਬ ਜੀਓ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਜਿਨਾ ਸਾਸ ਗਿਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ। ਧੰਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਮੁੱਚੇ ਹੀ ਸਤ ਸੰਗੀ ਗੁਰਮੁਖ ਮਾਈ ਭਾਈ, ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਸ਼ਾਮ ਰਾਤਰੀ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਭਲੀ ਪ੍ਰਕਾਰ ਸਮੁੱਚੀਆਂ ਸੰਗਤਾਂ ਨੂੰ ਇਹ ਬਿਦਤ ਹੈ ਕਿ ਅੱਜ ਦਾ ਮਹਾਨ ਇਹ ਗੁਰਮਤਿ ਸਮਾਗਮ ਸੱਚਖੰਡ ਵਾਸੀ ਪਵਿੱਤਰ ਆਤਮਾ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਮਹਾਂਪੁਰਖਾਂ ਦੇ ਸਾਲਾਨਾ ਬਰਸੀ ਸਿਮਰਤੀ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਸੰਯੋਗਤ ਕਰਵਾਇਆ ਜਾ ਰਿਹਾ ਹੈ। ਜਿਸ ਗੁਰਮਤਿ ਸਮਾਗਮ ਦੇ ਅੰਦਰ ਦਾਸ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਉਹਨਾਂ ਦੇ ਜਥੇ ਦੀ ਪਾਵਨ ਪਵਿੱਤਰ ਰਸਨਾ ਤੋਂ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸਰਵਣ ਕੀਤਾ ਹੈ। ਅਤੀ ਸਤਿਕਾਰਯੋਗ ਮੌਜੂਦਾ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ, ਉਹਨਾਂ ਨੇ ਉਚੇਚੇ ਤੌਰ 'ਤੇ ਸਮੁੱਚੀਆਂ ਸੰਗਤਾਂ ਦੇ ਵੱਲੋਂ ਹੁਕਮ ਲਾਇਆ ਸੀ ਕਿ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਹੋ ਜਾਵੇ। ਜਿਸ ਪ੍ਰਕਾਰ ਰਾਗੀ ਸਾਹਿਬਾਨ ਜੀ ਦੀ ਰਸਨਾ ਤੋਂ ਆਪ ਜੀ ਸਾਧੂ ਦੀ ਅਤੇ ਸੰਤ ਦੀ ਮਹਿਮਾ ਸਰਵਣ ਕਰ ਰਹੇ ਸੀ। ਏਕ ਜੋ ਸਾਧੂ ਮੋਹੇ ਮੇਲਿਓ ਤਿਨ ਲੀਆ ਆਂਚਲ ਲਾਏ।
ਦੁਨੀਆ ਦੇ ਵਿੱਚ ਸਾਧੂ ਕਿਹਾ ਕਿਸ ਨੂੰ ਜਾਂਦਾ? ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਕਿ ਥੰਮੈ ਕੋਇ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਸਾਹਿਬ ਗੁਰਦਾਸ ਜੀ ਨੇ ਸਾਧੂ ਸ਼ਬਦ ਵਰਤਿਆ ਹੈ। ਜਦੋਂ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛੀਏ, ਗਰੀਬ ਨਵਾਜ ਸਤਿਗੁਰੂ, ਹੋਰ ਸਾਧੂ ਕਿਸ ਨੂੰ ਕਿਹਾ ਜਾ ਸਕਦਾ ਗੁਰੂ ਤੋਂ ਬਿਨਾਂ? ਤਾਂ ਸਤਿਗੁਰੂ ਪਾਤਸ਼ਾਹ ਦੇ ਬਚਨ ਅਸੀਂ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ। ਸਾਧ ਨਾਮ ਨਿਰਮਲ ਤਾ ਕੇ ਕਰਮ। ਜਿਹੜਾ ਮਾਤ ਲੋਕ ਦੇ ਵਿੱਚ ਆ ਕਰਕੇ ਨਿਰਮਲ ਉਜਲੇ ਕਰਮ ਕਰਦਾ ਹੈ, ਕਰਮ ਸਾਰੇ ਅਸੀਂ ਕਰਦੇ ਹਾਂ। ਕੋਈ ਸਾਧ ਸੰਗਤ ਜੀ ਜਿਹੜੇ ਵਿਧੀ ਕਰਮ ਕਰਦਾ, ਕੋਈ ਨਖਿੱਧ ਕਰਮ ਕਰਦਾ, ਤੇ ਕੋਈ ਚੰਗੇ ਤੇ ਮੰਦੇ ਕਰਮਾਂ ਵਿੱਚ ਹਰ ਕੋਈ ਪ੍ਰਵਿਰਤ ਹੁੰਦਾ ਹੈ। ਜਿਸ ਦੇ ਸਮੁੱਚੇ ਕਰਮ ਨਿਰਮਲ ਹੋਣ, ਮੈਲ ਤੋਂ ਰਹਿਤ ਹੋਣ, ਦੂਸਰੇ ਦੀ ਮੈਲ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੋਵੇ, ਸਿਮਰਨ ਭਜਨ ਬੰਦਗੀ ਦੇ ਸਦਕਾ ਉਹਨੂੰ ਸਾਧੂ ਕਿਹਾ ਜਾਂਦਾ ਹੈ। ਜਦੋਂ ਵੇਦ ਦੀ ਸੁਰਤੀ ਦੇ ਵਿੱਚੋਂ ਵੇਖੀਏ ਕਿ ਸਾਧੂ ਕਿਸ ਨੂੰ ਕਿਹਾ ਅਨ ਮੱਤਾਂ ਦੇ ਵਿੱਚ, ਤਾਂ ਵੇਦ ਦੀ ਸੁਰਤੀ ਦਾ ਕਥਨ ਹੈ, ਨਿਜ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ। ਜਿਹਦਾ ਆਪਣਾ ਕਾਰਜ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਨ ਦਾ ਪੂਰਾ ਹੋ ਗਿਆ, ਜਿਹੜਾ ਅੰਤਰ ਆਤਮਾ ਆਪ ਮਿਲ ਚੁੱਕਿਆ ਹੈ ਪਰਮੇਸ਼ਰ ਦੇ ਨਾਲ, ਪਰਮਾਤਮਾ ਨਾਲ ਏਕਤਾ ਜਿਸ ਦੀ ਹੋ ਚੁੱਕੀ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਤੇ ਦੂਸਰੇ ਦੇ ਪਰਉਪਕਾਰ ਵਾਸਤੇ ਦੌੜਿਆ ਫਿਰਦਾ ਹੈ ਕਿ ਇਹ ਵੀ ਜੁੜ ਜਾਵੇ, ਆਹ ਜਿਹੜੀ ਰੂਹ ਹੈ ਇਹ ਵੀ ਨਾਮ ਵਿੱਚ ਰੰਗੀ ਜਾਵੇ, ਇਹ ਵੀ ਉਸ ਆਨੰਦ ਨੂੰ ਮਾਣਨ ਦੇ ਯੋਗ ਸਮਰੱਥ ਹੋ ਜਾਵੇ। ਐਸਾ ਜਿਹੜਾ ਪਰਉਪਕਾਰ ਕਰਦਾ ਦੁਨੀਆ ਉੱਪਰ, ਉਹਨੂੰ ਵੇਦ ਦੀ ਸੁਰਤੀ ਨੇ ਸਾਧੂ ਕਿਹਾ ਹੈ। ਸਾਧੂ ਦਾ ਆਉਣਾ ਮਾਤ ਲੋਕ ਦੇ ਵਿੱਚ ਪਰਉਪਕਾਰ ਕਰਨ ਵਾਸਤੇ ਹੁੰਦਾ ਹੈ। ਸੰਤ ਬਾਬਾ ਸੁੱਚਾ ਸਿੰਘ ਜੀ ਮਹਾਂਪੁਰਖਾਂ ਨੇ ਇਹਨਾਂ ਅਸਥਾਨਾਂ 'ਤੇ ਆ ਕਰਕੇ ਚੌਂਕੜੇ ਲਾਏ। ਪਹਿਲਾਂ ਆਪ ਉਹਨਾਂ ਨੇ ਘਾਲਣਾ ਕਮਾਈ ਕੀਤੀ, ਨਾਮ ਸਿਮਰਨ ਅਭਿਆਸ ਰੱਜ ਰੱਜ ਕੇ ਕੀਤਾ, ਤੇ ਫਿਰ ਇੱਥੇ ਜਿਹੜੇ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ, ਨਾਮ ਸਿਮਰਨ ਅਭਿਆਸ ਕਰਵਾਉਣਾ ਸਿੰਘਾਂ ਨੂੰ ਸ਼ੁਰੂ ਕੀਤਾ। ਫਿਰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜੋ 31 ਰਾਗਾਂ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਅੰਕਿਤ ਕੀਤਾ, ਉਹਨਾਂ ਰਾਗਾਂ ਦੇ ਆਧਾਰ 'ਤੇ ਜਿਹੜੇ ਇੱਥੇ ਕੀਰਤਨ ਸਮਾਗਮ ਰਾਗ ਦਰਬਾਰ ਉਹਨਾਂ ਮਹਾਂਪੁਰਖਾਂ ਨੇ ਆਰੰਭ ਕਰਵਾਏ, ਬਹੁਤ ਵੱਡੀ ਉਹਨਾਂ ਦੀ ਦੇਣ ਹੈ। ਜਿਸ ਵੇਲੇ ਦਾਸ ਵੀ ਆਪਣੇ ਨਗਰ ਬੋਪਾ ਰਾਏ ਕਲਾਂ ਦੇ ਵਿੱਚ ਇੱਥੇ ਵਿੱਦਿਆ ਪੜ੍ਹਦੇ ਸੀ ਵੈਦ ਜੀ ਦੇ ਕੋਲ, ਕਈ ਵਾਰੀ ਇੱਥੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ। ਇੰਨੇ ਪਿਆਰ ਦੇ ਵਿੱਚ ਭਿੱਜ ਕਰਕੇ ਸੰਗਤਾਂ ਵਿੱਚ ਉਹਨਾਂ ਨੇ ਬਚਨ ਕਰਨੇ, ਕਿਸੇ ਦੀ ਹਿੰਮਤ ਨਹੀਂ ਹੋਇਆ ਕਰਦੀ ਸੀ ਕਿ ਕੋਈ ਅੱਖ ਪੁੱਟ ਕੇ ਉਹ ਸਾਧੂ ਵੱਲ ਦੇਖ ਜਾਵੇ। ਤੇ ਬੈਠੇ ਹੋਏ ਪਿਆਰ ਵਿੱਚ ਐਸਾ ਬਚਨ ਕਹਿ ਦੇਣਾ ਕਿ ਹਰ ਇੱਕ ਨੂੰ ਲੱਗਣਾ ਵੀ ਸ਼ਾਇਦ ਮੈਨੂੰ ਹੀ ਸਿੱਖਿਆ ਦਿੱਤੀ, ਮੇਰੇ ਦਿਲ ਦਾ ਫੁਰਨਾ ਬੁੱਝ ਕਰਕੇ ਕਹਿ ਦਿੱਤਾ ਇਹਨਾਂ ਨੇ। ਐਸੀਆਂ ਜਿਹੜੀਆਂ ਇਹ ਬਖਸ਼ਿਸ਼ਾਂ, ਇਹ ਸਿਮਰਨ ਦੇ ਸਦਕਾ, ਨਾਮ ਦੇ ਸਦਕਾ, ਕਮਾਈ ਦੇ ਸਦਕਾ, ਸੇਵਾ ਦੇ ਸਦਕਾ ਹਿੱਸੇ ਆਉਂਦੀਆਂ ਨੇ। ਆਪ ਉਹਨਾਂ ਨੇ ਸਿਮਰਨ ਕੀਤਾ ਤੇ ਦੂਸਰੀਆਂ ਪ੍ਰਾਣੀਆਂ ਤੋਂ, ਸੰਗਤਾਂ ਤੋਂ ਸਿਮਰਨ ਇੱਥੇ ਕਰਵਾਇਆ।
ਆਪ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਗੁਰੂ ਕੇ ਜਹਾਜ਼ੇ ਚੜਾਉਣ ਦਾ ਕਾਰਜ ਕੀਤਾ। ਸਾਧੂ ਦੇ ਜਿਹੜੇ ਪਰਉਪਕਾਰ ਹੋਇਆ ਕਰਦੇ, ਜਿਵੇਂ ਭਾਈ ਦਵਿੰਦਰ ਸਿੰਘ ਜੀ ਸੋਢੀ ਜੀ ਬੜੇ ਪਿਆਰ ਵਿੱਚ ਕਹਿ ਰਹੇ ਸਨ ਕਿ ਜਿਤਨੀ ਦੇਰ ਸਾਧੂ ਇਸ ਸਥਾਨ ਤੇ ਰਹੇ ਉਦੋਂ ਵੀ ਰੌਣਕਾਂ ਤੇ ਅੱਜ ਵੀ ਰੌਣਕਾਂ ਨੇ। ਮਹਾਂਪੁਰਖ ਜਦੋਂ ਕਥਾ ਪੜ੍ਹਾਇਆ ਕਰਦੇ ਉੱਥੇ ਬੜੇ ਪਿਆਰ ਵਿੱਚ ਉਹਨਾਂ ਨੇ ਬਚਨ ਸੁਣਾਏ। ਕਹਿੰਦੇ ਜਿਤਨੀ ਦੇਰ ਸਾਧੂ ਮਹਾਂਪੁਰਖ ਸਰੀਰ ਕਰਕੇ ਧਰਤੀ ਤੇ ਵਿਚਰਦਾ ਹੈ, ਉਹ ਆਪਣੀ ਖੁਸ਼ਬੂ ਆਪਣੀ ਰਸਨਾ ਤੋਂ ਪਾਵਨ ਪਵਿੱਤਰ ਅਮੋਲਕ ਬਚਨਾਂ ਤੋਂ ਸੰਗਤਾਂ ਵਿੱਚ ਖਿਲਾਰ ਦਿੰਦਾ। ਸੰਗਤਾਂ ਤਰਸਦੀਆਂ ਨੇ ਬਚਨ ਸੁਣਨ ਵਾਸਤੇ, ਕਿਉਂਕਿ ਸਾਰੇ ਜੀਵ ਅੱਜ ਅਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਤਪਦੇ ਪਏ ਹਾਂ। ਕੋਈ ਨਾਮ ਰਸੀਆ ਪੂਰਨ ਕਮਾਈ ਵਾਲਾ ਸਾਧੂ ਜ਼ਿੰਦਗੀ ਵਿੱਚ ਮਿਲ ਜਾਵੇ, ਉਹਦੇ ਬਚਨ ਸੁਣਦਿਆਂ ਸਾਰ ਹੀ ਤਪਦੇ ਹਿਰਦਿਆਂ ਨੂੰ ਸ਼ਾਂਤੀ ਮਹਿਸੂਸ ਹੋਣ ਲੱਗ ਜਾਂਦੀ ਹੈ। ਜਿੰਨੀ ਦੇਰ ਕੋਈ ਮਹਾਂਪੁਰਖ ਕਮਾਈ ਵਾਲਾ ਨਾਮ ਰਸੀਆ ਸਰੀਰ ਵਿੱਚ ਵਰਤਦਾ, ਓਨੀ ਦੇਰ ਤੇ ਆਪਣੀ ਰਸਨਾ ਦੇ ਵਿੱਚੋਂ ਭਾਵ ਭਗਤੀ ਦੀ ਸੁਗੰਧੀ ਦੇ ਕਰਕੇ ਅਮੋਲਕ ਬਚਨਾਂ ਦੇ ਦੁਆਰਾ ਸਾਡੇ ਹਿਰਦਿਆਂ ਨੂੰ ਠਾਰਦਾ ਹੈ। ਤੇ ਜਦੋਂ ਸਾਧ ਸੰਗਤ ਜੀ ਕੋਈ ਸਰੀਰ ਕਰਕੇ ਰੱਬ ਦਾ ਪਿਆਰਾ ਨਾਮ ਰਸੀਆ ਪੰਜ ਭੌਤਿਕ ਦੇਹੀ ਦਾ ਤਿਆਗ ਕਰਕੇ ਗੁਰਪੁਰੀ ਪਿਆਨਾ ਕਰ ਜਾਂਦਾ, ਸੱਚਖੰਡ ਵਾਸੀ ਬਣ ਜਾਂਦਾ, ਤੇ ਉਹ ਆਪਣੀ ਜਿਹੜੀ ਭਾਵ ਭਗਤੀ ਦੀ ਸੁਗੰਧੀ ਆਪਣੇ ਉੱਤਰਾਧਿਕਾਰੀਆਂ ਵਿੱਚ ਰੱਖ ਜਾਂਦਾ ਹੈ, ਜਿਹੜੇ ਉਹਨਾਂ ਦੇ ਸਥਾਨ ਤੇ ਬੈਠ ਕਰਕੇ ਫਿਰ ਸੰਗਤਾਂ ਨੂੰ ਨਾਮ ਜਪਾਉਂਦੇ, ਆਪ ਜਪਦੇ, ਸੇਵਾ ਕਰਦੇ, ਸੰਗਤਾਂ ਨੂੰ ਪ੍ਰੇਰਣਾ ਦੇ ਕੇ ਸੇਵਾ ਕਰਵਾਉਂਦੇ ਨੇ। ਫਿਰ ਉਹ ਸੁਗੰਧੀਆਂ ਉਹਨਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਆਉਂਦੀਆਂ ਨੇ। ਜਿਵੇਂ ਗੁਲਾਬ ਦਾ ਫੁੱਲ ਟਹਿਣੀ ਦੇ ਨਾਲ ਲੱਗਿਆ ਹੈ, ਬੜੀਆਂ ਮਹਿਕਾਂ ਆਉਂਦੀਆਂ, ਖੁਸ਼ਬੂਆਂ ਆਉਂਦੀਆਂ ਉਸ ਦੀਆਂ, ਤੇ ਜਦੋਂ ਮਾਲੀ ਨੇ ਆ ਕੇ ਟਹਿਣੀ ਨਾਲੋਂ ਤੋੜ ਲਿਆ ਤੇ ਸਾਡੇ ਵਰਗੇ ਜੀਵ ਕਹਿੰਦੇ ਨੇ ਵੀ ਹੁਣ ਇਹ ਫੁੱਲ ਬਰਬਾਦ ਹੋ ਗਿਆ, ਇਹ ਟਹਿਣੀ ਨਾਲੋਂ ਟੁੱਟ ਗਿਆ, ਖਤਮ ਹੋ ਚੁੱਕਿਆ ਹੈ। ਨਹੀਂ ਭਾਈ, ਜਦੋਂ ਉਹ ਮਾਲੀ ਤੋੜੇਗਾ ਤੇ ਫਿਰ ਉਹਨੇ ਜਾ ਕੇ ਤੇਲ ਦੇ ਕੜਾਹਿਆਂ ਵਿੱਚ ਪਾ ਕੇ ਉਹਦਾ ਅਰਕ ਕੱਢ ਲੈਣਾ। ਅਰਕ ਕੱਢਿਆ ਪਰਫਿਊਮ ਬਣ ਕਰਕੇ ਸ਼ੀਸ਼ੀਆਂ ਵਿੱਚ ਬੰਦ ਹੋ ਜਾਂਦਾ, ਤੇ ਫਿਰ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ 'ਤੇ ਛਿੜਕਾ ਹੁੰਦਾ, ਕਿਤੇ ਗੁਰੂ ਦਾ ਰੂਪ ਸੰਗਤ ਦੇ ਉੱਤੇ ਉਹ ਮਹਿਕਾਂ ਖਿਲਾਰੀਆਂ ਜਾਂਦੀਆਂ ਨੇ। ਤੇ ਇਸ ਲਈ ਸਾਧ ਸੰਗਤ ਜੀ, ਟਹਿਣੀ ਨਾਲੋਂ ਫੁੱਲ ਟੁੱਟ ਗਿਆ, ਉਹ ਬਰਬਾਦ ਨਹੀਂ ਹੋਇਆ, ਆਪਣੀ ਮਹਿਕ ਉਹਨੇ ਸ਼ੀਸ਼ੀਆਂ ਵਿੱਚ ਬੰਦ ਕਰ ਦਿੱਤੀ। ਇਉਂ ਗੁਰੂ ਦੇ ਪਿਆਰੇ ਸਿਮਰਨ ਕਰਨ ਵਾਲੀਆਂ ਜਿਹੜੀਆਂ ਪਾਵਨ ਪਵਿੱਤਰ ਰੂਹਾਂ ਹੁੰਦੀਆਂ, ਨਾਮ ਵਿੱਚ ਰੰਗੀਆਂ ਹੋਈਆਂ, ਜਦੋਂ ਸਰੀਰ ਤਿਆਗ ਦਿੰਦੀਆਂ, ਆਪਣੀ ਸੁਗੰਧੀ ਉੱਤਰਾਧਿਕਾਰੀਆਂ ਆਪਣੀਆਂ ਸੇਵਕਾਂ ਵਿੱਚ ਉਹ ਰੱਖ ਜਾਂਦੀਆਂ ਨੇ। ਕਹਿਣ ਤੋਂ ਭਾਵ ਕਿ ਅੱਜ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਮੌਜੂਦਾ ਮਹਾਂਪੁਰਖ ਉਹਨਾਂ ਸਤਿਪੁਰਖਾਂ ਦੇ ਵਾਂਗ ਹੀ ਇੱਥੇ ਸੁਗੰਧੀਆਂ ਖਿਲਾਰ ਰਹੇ ਨੇ। ਉਹੀ ਕੀਰਤਨ ਦਰਬਾਰ, ਰਾਗ ਦਰਬਾਰ ਕਰਵਾਉਂਦੇ ਨੇ। ਤੇ ਪਤਾ ਲੱਗਿਆ ਵੀ ਮਹਾਂਪੁਰਖਾਂ ਨੇ ਇੱਥੇ ਹਰ ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਜਿਹੜਾ ਪਾਠ ਹੈ, ਕੱਲੀ ਕੱਲੀ ਲਗਾ ਮਾਤਰ ਦਾ ਉਚਾਰਨ ਕਰਕੇ ਉਹ ਵੀ ਇੱਥੇ ਕਰਵਾਇਆ ਜਾਂਦਾ। ਮਹਾਂਪੁਰਖਾਂ ਨੂੰ ਵਧਾਈ ਹੋਵੇ ਇਸ ਕਾਰਜ ਦੀ, ਕਿਉਂਕਿ ਪਤਾ ਲੱਗੇ ਸਾਨੂੰ ਗੁਰਬਾਣੀ ਅੰਦਰ ਜਿਹੜੀਆਂ ਲਗਾ ਮਾਤਰਾਂ ਲੱਗੀਆਂ, ਉਹਦਾ ਉਚਾਰਨ ਕੀ ਹੋਣਾ ਚਾਹੀਦਾ। ਸੰਤ ਗਿਆਨੀ ਨਿਰੰਜਨ ਸਿੰਘ ਜੀ ਵੈਦ ਜੀ ਮਹਾਂਪੁਰਖ ਵਿਦਿਆ ਪੜ੍ਹਾਉਂਦੇ ਹੋਏ ਉਹ 4 ਤਰ੍ਹਾਂ ਦੀ ਮਹਾਰਨੀ ਸਿਖਾਉਂਦੇ ਸੀ। ਕਿੱਥੋਂ ਅੱਖਰ ਦੀ ਆਵਾਜ਼ ਆਉਣੀ, ਨੱਕ ਦੇ ਵਿੱਚੋਂ ਕਿਹੜੇ ਅਕਸ਼ਰ ਦੀ ਆਵਾਜ਼ ਹੈ, ਤਾਲੂਏ ਨਾਲ ਜਵਾਨ ਲਾ ਕੇ ਗਾਂਗੇ ਦੀ ਆਵਾਜ਼ ਆਉਣੀ, ਕਿੱਥੋਂ ਕਿੱਥੋਂ ਆਵਾਜ਼ਾਂ ਨਿਕਲਣੀਆਂ ਨੇ। ਕੋਈ ਦੀਰਘ ਮਾਤਰਾ ਨੇ, ਕੋਈ ਲਘੂ ਹੋਇਆ ਕਰਦੀਆਂ, ਕਿਤੇ ਔਂਕੜ ਤੇ ਉੱਪਰ ਹੋੜਾ ਵੀ ਆ ਜਾਂਦਾ, ਉੱਥੇ ਦੀਰਘ ਮਾਤਰਾ ਵਿੱਚ ਲਘੂ ਮਾਤਰਾ ਨੇ ਸਮਾ ਜਾਣਾ। ਇਹ ਜਿਹੜੇ ਭੇਦ ਪੁਰਾਣੇ ਮਹਾਂਪੁਰਖ ਜਿਹੜੇ ਉਂਗਲਾਂ ਫੜ ਕਰਕੇ ਧਰਤੀ 'ਤੇ ਰੇਤਾ ਵਿਛਾ ਕੇ
ਮੁਹਾਰਨੀ ਬੱਚਿਆਂ ਨੂੰ ਸਿਖਾਇਆ ਕਰਦੇ ਸੀ, ਉਹ ਲਗਾ ਮਾਤਰਾ ਦਾ ਬੜਾ ਖਿਆਲ ਰੱਖਦੇ ਸਨ। ਅੱਜ ਸਾਧ ਸੰਗਤ ਲੋੜ ਹੈ ਸਾਨੂੰ ਸ਼ੁੱਧ ਗੁਰਬਾਣੀ ਦਾ ਪਾਠ ਅਸੀਂ ਸੰਥਾ ਰੂਪ ਦੇ ਵਿੱਚ ਕਰੀਏ, ਫਿਰ ਉਹਦਾ ਆਨੰਦ ਹੀ ਵੱਖਰਾ ਹੋਵੇਗਾ। ਇਹ ਸਾਡੀਆਂ ਟਕਸਾਲਾਂ ਦੀਆਂ ਜ਼ਿੰਮੇਵਾਰੀਆਂ ਰਹੀਆਂ ਨੇ, ਹਨ ਤੇ ਅੱਗੇ ਨੂੰ ਵੀ ਹੋਣਗੀਆਂ। ਇਸ ਤਰ੍ਹਾਂ ਦੇ ਜਿਹੜੇ ਕਾਰਜ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੌਜੂਦਾ ਮੁਖੀ ਮਹਾਂਪੁਰਖ ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰਖਾਂ ਦੇ ਸਿਰ 'ਤੇ ਹੱਥ ਰੱਖ ਕਰਕੇ ਆਪ ਕਰਵਾ ਰਹੇ ਨੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਇਹ ਕਾਰਜ ਵੱਧ ਚੜ੍ਹ ਕਰਕੇ ਅੱਗੇ ਤੋਂ ਵੀ ਕਰਵਾਉਂਦੇ ਰਹਿਣ। ਇਹ ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕਬਾਦ ਚਰਨਾਂ ਕਵਲਾਂ ਦੇ ਵਿੱਚ ਅਰਦਾਸ ਬੇਨਤੀ ਹੈ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਆਪਾਂ ਜੁੜੇ ਹਾਂ, ਉਹਨਾਂ ਦੇ ਬਚਨਾਂ ਨੂੰ ਕਦੇ ਨਾ ਵਿਸਾਰੀਏ। ਉਹ ਆਪ ਖੰਡੇ ਬਾਟੇ ਦੇ ਅੰਮ੍ਰਿਤ ਦੇ ਧਾਰਨੀ ਹੋਏ, ਅਸੀਂ ਵੀ ਪਹਿਲੇ ਨੰਬਰ 'ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕਲਗੀਧਰ ਜੀ ਦੇ ਪੁੱਤਰ ਧੀਆਂ ਬੱਚੇ ਬਣ ਜਾਈਏ। ਫਿਰ ਉਹਨਾਂ ਨੇ ਜਿਹੜਾ 5 ਪਿਆਰਿਆਂ ਦੁਆਰਾ ਮੂਲ ਮੰਤਰ ਗੁਰ ਮੰਤਰ ਦਿੱਤਾ, ਉਹਦਾ ਅਭਿਆਸ ਕੀਤਾ, ਅਸੀਂ ਵੀ ਅਭਿਆਸ ਕਰੀਏ। ਫਿਰ ਗੁਰਬਾਣੀ ਦੀ ਸੰਥਾ ਕਰੀਏ, ਗੁਰੂ ਦੇ ਕਹੇ ਹੋਏ ਬਚਨਾਂ 'ਤੇ ਮਾਰਗ 'ਤੇ ਚੱਲ ਕਰਕੇ ਆਪਣੇ ਜੀਵਨ ਨੂੰ ਅਸੀਂ ਸਫਲਾ ਬਣਾਈਏ। ਫਿਰ ਮਹਾਂਪੁਰਖਾਂ ਦੀਆਂ ਮਨਾਈਆਂ ਹੋਈਆਂ ਵਰਸੀਆਂ, ਉਹਨਾਂ ਦੀਆਂ ਸਿਮਰਤੀਆਂ ਦੇ ਵਿੱਚੋਂ ਸਾਡੀ ਝੋਲੀ ਵਿੱਚ ਸਤਿਗੁਰੂ ਅਪਾਰ ਬਖਸ਼ਿਸ਼ਾਂ ਪਾਉਣਗੇ। ਸੋ ਦਾਸ ਇੰਨਾ ਕੁਝ ਕਹਿੰਦਾ ਹੋਇਆ ਖੇਮਾਂ ਦਾ ਜਾਚਕ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਰੀ ਸੰਗਤ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਸਾਰਿਆਂ ਨੂੰ ਬਖਸ਼ਿਸ਼ ਕਰਨ। ਨਿਤਨੇਮ ਸੇਵਾ ਤੇ ਸਿਮਰਨ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਸਤਿਗੁਰੂ ਪਾਉਣ, ਜਿਸ ਦੇ ਸਦਕਾ ਅਸੀਂ ਲੋਕ ਸੁਖੀਏ ਪਰਲੋਕ ਸਹੇਲੇ ਹੋ ਸਕੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸਾਧ ਸੰਗਤ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।